खास करके स्कूल्स ਦੇ ਵਿੱਚ ਜਦੋਂ ਬੁਲਿੰਗ ਸ਼ੁਰੂ ਹੁੰਦੀ ਆ ਜਾਂ ਇਹੋ ਜਿਹੇ ਪ੍ਰੋਮਿਸਿਸ ਦਿੱਤੇ ਜਾਂਦੇ ਬੱਚਿਆਂ ਨੂੰ ਕਿ ਜੇ ਤੁਸੀਂ ਇਹੋ ਜਿਹੇ ਲਾਈਫ ਸਟਾਈਲ ਦੇ ਵਿੱਚ ਤੁਸੀਂ ਸ਼ਾਮਲ ਹੋਵੋਗੇ ਤੇ ਤੁਹਾਡੀ ਜਿਹੜੀ ਲਾਈਫ ਸਟਾਈਲ ਬਹੁਤ ਵਧੀਆ ਹੋ ਜਾਣੀ ਹੈ, ਪੈਸੇ ਹੋਣਗੇ, ਗੱਡੀਆਂ ਹੋਣਗੇ, ਨੇਮ ਬ੍ਰਾਂਡ ਚੀਜ਼ਾਂ ਹੋਣਗੀਆਂ। ਸੋ ਜਿਹੜੀ ਇਹ ਬੁਲਿੰਗ ਜਿਹੜੀ ਸ਼ੁਰੂ ਹੁੰਦੀ ਹੈ ਸਕੂਲ ਦੇ ਵਿੱਚ, ਉੱਥੇ ਕਾਨੂੰਨ ਕਿਵੇਂ ਮਦਦ ਕਰ ਸਕਦਾ ਇੱਕ ਬੱਚੇ ਦੀ? अपनी पंजाबी कम्यूनिटी ने बहुत ही मल्ला मारियां ਜਿਹੜੇ ਲੋਕੀ 60-70 ਚ ਇੱਥੇ ਆਏ ਆ, ਉਹਨਾਂ ਨੇ ਬਹੁਤ ਹੀ ਮਿਹਨਤ ਮਸ਼ੱਕਤ ਕੀਤੀ ਹੈ। ਉਹ ਮਿਹਨਤ ਮਸ਼ੱਕਤ ਇਸ ਸਪੀਡ ਤੇ ਚੱਲ ਰਹੀ ਸੀਗੀ ਕਿ ਵੀ ਉਹ ਆਪਣੇ ਜਿਹੜਾ ਬੱਚਿਆਂ ਦੀ ਉਹਨਾਂ ਨੂੰ ਜ਼ਿੰਦਗੀ 'ਚ ਸੇਧ ਦੇਣ ਵਿੱਚ ਥੋੜ੍ਹੀ ਜਿਹੀ ਕਮੀ ਪੇਸ਼ੀ ਰਹਿ ਗਈ। ਜਦ ਸਕੂਲ ਵਿੱਚ ਬੁਲਿੰਗ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਦ ਉਹਨੂੰ ਜਿਹੜਾ ਬੁਲੀ ਕਰਦਾ ਉਹਨੂੰ ਕੋਈ ਰੋਕਦਾ ਨਹੀਂ ਤਾਂ ਉਹਦਾ ਦਿਨ ਬਰ ਦਿਨ ਹੌਸਲਾ ਵੱਧਦਾ ਜਾਂਦਾ ਹੈ। ਕਿੰਨੀ ਕੁ ਉਮਰ ਹੁੰਦੀ ਹੈ ਹੋ ਸਕਦੀ ਬੱਚੇ ਦੀ ਫॉर them to actually be charged with a crime, ਜਿੱਥੇ ਉਹਨਾਂ ਦੇ ਉੱਤੇ ਚਾਰਜਸ ਲੱਗੇ ਜਾ ਸਕਦੇ ਆ? 12 ਸਾਲ ਤੋਂ ਥੱਲੇ ਦਾ ਬੱਚਾ ਅਗਰ ਕਿਸੇ ਦਾ ਕਤਲ ਵੀ ਕਰ ਦੇਵੇ ਤਾਂ ਉਹਨੂੰ ਚਾਰਜ ਨਹੀਂ ਕੀਤਾ ਜਾ ਸਕਦਾ। 16 ਸਾਲ ਜਾਂ 16 ਸਾਲ ਤੋਂ ਉੱਪਰ ਦਾ ਬੱਚਾ ਕੋਈ ਸੀਰੀਅਸ ਕ੍ਰਿਮੀਨਲ ਐਕਟੀਵਿਟੀ ਵਿੱਚ ਇਨਵੋਲਵ ਹੋ ਜਾਂਦਾ ਤਾਂ ਆਮ ਤੌਰ ਤੇ ਪ੍ਰੋਸੀਕਿਊਟਰਸ ਉਹਨੂੰ ਜਿਹੜਾ ਉਹਦੀ ਸੈਂਟੈਂਸਿੰਗ ਹੈ ਉਹ ਐਜ਼ ਅ ਐਡਲਟ ਕੋਰਟ 'ਚ ਕਰਵਾਉਂਦੇ ਹੈ। ਐਂਡ ਦੈਟਸ ਅ ਵੈਰੀ ਵੈਰੀ ਇੰਪੋਰਟੈਂਟ ਥਿੰਗ ਫॉर ਯੂਰ ਲਿਸਨਰਸ ਟੂ ਨੋ। ਕਿਸੇ ਬੰਦੇ ਲਈ ਸਟੋਰ ਵਿੱਚੋਂ ਚੋਰੀ ਕਰਨੀ, ਚਾਕਲੇਟ ਦੀ ਚੋਰੀ ਕਰਨੀ ਵੀ ਵੈਰੀ ਸੀਰੀਅਸ ਹੈ। ਕਿਸੇ ਬੰਦੇ ਲਈ ਸ਼ਰੇਆਮ ਪਾਇਲ ਬਿਜ਼ਨਸ ਸੈਂਟਰ ਵਿੱਚ ਘਲਾੜਾ ਲੈ ਕੇ ਆਪਣੀ ਘਰ ਵਾਲੀ ਦਾ ਕਤਲ ਕਰ ਦੇਣਾ, ਉਹਨਾਂ ਲਈ ਉਹ ਵੀ ਕੋਈ ਵੱਡੀ ਗੱਲ ਨਹੀਂ। ਸੋ ਇਟ ਆਲ ਡਿਪੈਂਡਸ ਵੀ ਤੁਸੀਂ ਸੀਰੀਅਸ ਕਿਸ ਨੂੰ ਕਹਿੰਦੇ ਹੋ। ਜੇ ਆਪਾਂ ਸੰਖਿਆ ਦੇਖੀਏ, ਜੇ ਆਪਾਂ ਸਟੈਟਸ ਵਗੈਰਾ ਦੇਖੀਏ, ਉਹਦੇ 'ਚ ਕਾਫੀ ਉੱਭਰ ਕੇ ਅੱਗੇ ਆ ਰਿਹਾ ਕਿ ਵੀ ਆਪਣੇ ਪੰਜਾਬੀ ਕਮਿਊਨਿਟੀਜ਼ ਦੇ ਜਿਹੜੇ ਬੱਚੇ ਆ ਉਹ ਕਾਫੀ ਗੈਂਗ ਐਕਟੀਵਿਟੀਜ਼ ਵਿੱਚ ਇਨਵੋਲਵਡ ਹੈਗੇ ਆ। ਬਹੁਤ ਹੀ ਦਰਦਨਾਕ ਖਬਰ ਸੀ ਸਵੇਰ ਦੀ। ਉਹਨਾਂ ਮਾਪਿਆਂ ਦਾ ਕੀ ਬਣਦਾ ਹੋਊਗਾ ਜਿਨ੍ਹਾਂ ਦੇ ਬੱਚਿਆਂ ਬਾਰੇ ਜ਼ਿਕਰ ਹੋ ਰਿਹਾ, ਵੀ ਜਿਹਦੇ ਬਾਰੇ ਪੁਲਿਸ ਇਹ ਕਹਿ ਰਹੀ ਹੈ ਵੀ ਹੋ ਸਕਦਾ ਅਸੀਂ ਇਹਨਾਂ ਨੂੰ ਨਾ ਬਚਾ ਸਕੀਏ। ਜਦੋਂ ਬੱਚਾ 18-19 ਸਾਲਾਂ ਤੋਂ ਉੱਤੇ ਹੋ ਜਾਂਦਾ ਉਹ ਫਿਰ ਇੱਕ ਐਡਲਟ ਕੰਸੀਡਰ ਕੀਤਾ ਜਾਂਦਾ। ਪੁਲਿਸ ਜਾਂ ਕਾਨੂੰਨ ਜਿਹੜਾ ਕਹਿੰਦਾ ਵੀ ਦੇ ਹੈਵ ਟੂ ਫੈਂਡ ਫॉर ਦੈਮਸੈਲਵਸ। ਸੋ ਪੇਰੈਂਟਸ ਦਾ ਰੋਲ ਕਦੋਂ ਹੁੰਦਾ ਹੈ ਜਦੋਂ ਕਾਨੂੰਨ ਨਾਲ ਉਹਨਾਂ ਦਾ ਵਾਹ ਪੈਂਦਾ ਹੈ ਬੱਚਿਆਂ ਦਾ? ਸੋ ਜਦ ਤੁਹਾਨੂੰ ਸੰਕੇਤ ਆਉਣੇ ਸ਼ੁਰੂ ਹੋ ਜਾਣ ਵੀ ਤੁਹਾਡੇ ਬੱਚੇ ਗਲਤ ਐਕਟੀਵਿਟੀਜ਼ ਇਨਵੋਲਵਡ ਹੈ, ਸੰਕੇਤ ਸ਼ੁਰੂ ਤੋਂ ਆਉਣੇ ਸ਼ੁਰੂ ਹੋ ਜਾਂਦੇ ਹੈ। ਜੇ ਤੁਹਾਡਾ ਬੱਚਾ ਸਾਰੀ ਦਿਹਾੜੀ ਆਪਣਾ ਕਮਰਾ ਬੰਦ ਕਰਕੇ ਬੈਠਾ ਰਹੇ, ਕੰਮ ਉਹ ਕੋਈ ਕਰਦਾ ਨਹੀਂ ਪਰ ਲਾਲ ਰੰਗ ਦੀ ਵਧੀਆ ਕਮੈਰੋ ਕਾਰ ਚਲਾ ਰਿਹਾ, ਇਨਕਮ ਉਹਦੀ ਕੋਈ ਹੈ ਨਹੀਂ ਪਰ ਗਹਿਣਾ ਗੱਟਾ ਬਹੁਤ ਪਾ ਰਿਹਾ, ਉਹਦੇ ਕੋਲ ਥੱਦੀਆਂ ਨੋਟਾਂ ਦੀਆਂ। ਸੋ ਜਦ ਇਹੋ ਜਿਹੀਆਂ ਗੱਲਾਂ ਬਾਤਾਂ ਹੋਣ ਤਾਂ ਪੇਰੈਂਟਸ ਦੇ ਮਨ 'ਚ ਜ਼ਰੂਰ ਸ਼ੰਕਾ ਪੈਦਾ ਹੋਣੀ ਚਾਹੀਦੀ ਹੈ। ਕਈ ਵਾਰ ਮਾਪੇ ਬੱਚੇ ਨੂੰ ਗਾਲਾਂ ਕੱਢਣ ਲੱਗ ਪੈਂਦੇ ਆ, ਉਹਨੂੰ ਮਾਰਨ ਕੁੱਟਣ ਦੀ ਕੋਸ਼ਿਸ਼ ਕਰਦੇ ਆ। ਉਹਦਾ ਜਿਹੜਾ ਪ੍ਰਭਾਵ ਹੈ ਉਹ ਮਾੜਾ ਹੀ ਪੈਂਦਾ ਕਿਉਂਕਿ ਬੱਚੇ ਨੇ ਗਾਂਹ ਵਾਸਤੇ ਤੁਹਾਡੇ ਨਾਲ ਕਦੇ ਵੀ ਓਪਨ ਅਪ ਨਹੀਂ ਹੋਣਾ। First of all, thank you so much ਤੁਸੀਂ ਸਾਨੂੰ ਟਾਈਮ ਦਿੱਤਾ। We're here at your office today, so first of all, welcome to Frontline. ਹੈਲੋ ਜੀ। ਥੋੜ੍ਹਾ ਜਿਹਾ ਸਾਨੂੰ ਦੱਸ ਸਕਦੇ ਹਾਂ, ਜੇ ਅਸੀਂ ਸਕੂਲ ਦੀ ਸ਼ੁਰੂਆਤ ਦੇ ਵਿੱਚ ਅਸੀਂ ਗੱਲ ਕਰਦੇ ਹਾਂ, ਜਿਹੜੇ ਸਾਡੇ ਬੱਚੇ ਟੀਨੇਜਰਸ ਹੁੰਦੇ ਆ, ਅਕਸਰ ਜਿਹੜੇ ਗੈਂਗ ਲਾਈਫ ਆ, ਜਿਹੜੀ ਉਹਦੀ ਇੰਟਰੋਡਕਸ਼ਨ ਡਰੱਗਸ ਨੂੰ, ਗੈਂਗ ਲਾਈਫ ਨੂੰ ਉੱਥੇ ਹੀ ਹੁੰਦੀ ਆ। ਖਾਸ ਕਰਕੇ ਸਕੂਲਸ ਦੇ ਵਿੱਚ ਜਦੋਂ ਬੁਲਿੰਗ ਸ਼ੁਰੂ ਹੁੰਦੀ ਆ ਜਾਂ ਇਹੋ ਜਿਹੇ ਪ੍ਰੋਮਿਸਿਸ ਦਿੱਤੇ ਜਾਂਦੇ ਬੱਚਿਆਂ ਨੂੰ ਕਿ ਜੇ ਤੁਸੀਂ ਇਹੋ ਜਿਹੇ ਲਾਈਫ ਸਟਾਈਲ ਦੇ ਵਿੱਚ ਤੁਸੀਂ ਸ਼ਾਮਲ ਹੋਵੋਗੇ ਤੇ ਤੁਹਾਡੀ ਜਿਹੜੀ ਲਾਈਫ ਸਟਾਈਲ ਬਹੁਤ ਵਧੀਆ ਹੋ ਜਾਣੀ ਹੈ, ਪੈਸੇ ਹੋਣਗੇ, ਗੱਡੀਆਂ ਹੋਣਗੇ, ਨੇਮ ਬ੍ਰਾਂਡ ਚੀਜ਼ਾਂ ਹੋਣਗੀਆਂ। ਸੋ ਜਿਹੜੀ ਇਹ ਬੁਲਿੰਗ ਜਿਹੜੀ ਸ਼ੁਰੂ ਹੁੰਦੀ ਹੈ ਸਕੂਲ ਦੇ ਵਿੱਚ, ਉੱਥੇ ਕਾਨੂੰਨ ਕਿਵੇਂ ਮਦਦ ਕਰ ਸਕਦਾ ਇੱਕ ਬੱਚੇ ਦੀ? ਆਪਣਾ ਜਿਹੜਾ ਇਹ ਕੰਟਰੀ ਹੈ ਇਹ ਹਮੇਸ਼ਾ ਹੀ ਸੈਕੰਡ ਚਾਂਸ ਦੇ ਉੱਪਰ ਬਣਿਆ। ਜੇ ਕਦੇ ਵੀ ਕੋਈ ਬੰਦਾ ਸੁਧਰਨਾ ਚਾਹਵੇ, ਚਾਹੇ ਉਹ 50 ਸਾਲ ਦਾ, ਚਾਹੇ ਉਹ 70 ਸਾਲ ਦਾ, ਚਾਹੇ ਉਹ 12 ਸਾਲਾਂ ਦਾ ਜਵਾਕ ਹੈ, ਉਹਦੇ ਲਈ ਹਮੇਸ਼ਾ ਹੀ ਰਸਤੇ ਖੁੱਲ੍ਹੇ ਹੈ। ਸਾਰਾ ਸਿਸਟਮ ਉਹਨੂੰ ਪੂਰੀ ਤਰ੍ਹਾਂ ਇਨਕਰੇਜ ਕਰੂਗਾ ਤਾਂ ਕਿ ਉਹ ਵਧੀਆ ਸਿਟੀਜ਼ਨ ਬਣ ਸਕੇ। ਸਾਰਿਆਂ ਨਾਲੋਂ ਵੱਡੀ ਗੱਲ ਹੈ ਕਿ ਵੀ ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ। ਆਪਣੀ ਪੰਜਾਬੀ ਕਮਿਊਨਿਟੀ ਨੇ ਬਹੁਤ ਹੀ ਮੱਲਾਂ ਮਾਰੀਆਂ। ਜਿਹੜੇ ਲੋਕੀ 60-70 ਚ ਇੱਥੇ ਆਏ ਆ, ਉਹਨਾਂ ਨੇ ਬਹੁਤ ਹੀ ਮਿਹਨਤ ਮਸ਼ੱਕਤ ਕੀਤੀ ਹੈ। ਉਹ ਮਿਹਨਤ ਮਸ਼ੱਕਤ ਇਸ ਸਪੀਡ ਤੇ ਚੱਲ ਰਹੀ ਸੀਗੀ ਕਿ ਵੀ ਉਹ ਆਪਣੇ ਜਿਹੜਾ ਬੱਚਿਆਂ ਦੀ ਉਹਨਾਂ ਨੂੰ ਜ਼ਿੰਦਗੀ 'ਚ ਸੇਧ ਦੇਣ ਵਿੱਚ ਥੋੜ੍ਹੀ ਜਿਹੀ ਕਮੀ ਪੇਸ਼ੀ ਰਹਿ ਗਈ। ਅਤੇ ਜਦ ਬੱਚੇ ਉਹਨਾਂ ਨੂੰ ਘਰੋਂ ਡਾਇਰੈਕਸ਼ਨਸ ਨਹੀਂ ਮਿਲਦੀਆਂ ਤਾਂ ਫਿਰ ਉਹ ਬਾਹਰ ਜਿਹੜਾ ਬਾਹਰਲਾ ਇਨਫਲੂਐਂਸ ਆ ਉਹਦੇ ਅੰਡਰ ਬਹੁਤ ਛੇਤੀ ਆ ਜਾਂਦੇ ਆ।
ਜਦ ਸਕੂਲ 'ਚ ਹੁੰਦੇ ਆ, ਜਦ ਜਿਹੜੀ ਬੁਲਿੰਗ ਹੈ ਇਹ ਇੱਕ ਬਹੁਤ ਜ਼ਹਿਰੀਲੀ ਚੀਜ਼ ਹੈ। ਇਹਦੇ ਲਈ ਸਾਡੇ ਕੋਲ ਜੋ ਵੀ ਐਜ਼ ਅ ਕਮਿਊਨਿਟੀ ਸਾਡੇ ਵੱਲੋਂ ਬਣ ਸਕਦਾ ਸਾਨੂੰ ਕਰਨਾ ਚਾਹੀਦਾ। ਜਦ ਸਕੂਲ ਵਿੱਚ ਬੁਲਿੰਗ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਦ ਉਹਨੂੰ ਜਿਹੜਾ ਬੁਲੀ ਕਰਦਾ ਉਹਨੂੰ ਕੋਈ ਰੋਕਦਾ ਨਹੀਂ ਤਾਂ ਉਹਦਾ ਦਿਨ ਬਰ ਦਿਨ ਹੌਸਲਾ ਵੱਧਦਾ ਜਾਂਦਾ ਹੈ। ਸੋ ਜਿਨ੍ਹਾਂ ਨਾਲ ਇਹ ਧੱਕੇਸ਼ਾਹੀ ਹੁੰਦੀ ਹੈ ਉਹਨਾਂ ਨੂੰ ਡਿਮੋਰਲਾਈਜ਼ ਹੋਣਾ ਪੈਂਦਾ, ਉਹਨਾਂ ਦੀ ਜ਼ਿੰਦਗੀ ਦੇ ਉੱਪਰ, ਆਉਣ ਵਾਲੀ ਜ਼ਿੰਦਗੀ ਦੇ ਉੱਪਰ ਉਹਨਾਂ ਦੇ ਉੱਪਰ ਬਹੁਤ ਫਰਕ ਪੈਂਦਾ। ਸੋ ਜਿਹੜੇ ਇਸ ਵੇਲੇ ਬੱਚੇ ਤੁਹਾਡੇ ਪ੍ਰੋਗਰਾਮ ਦੇਖ ਰਹੇ ਆ, ਜੇ ਉਹ ਇਸ ਹਾਲਾਤ ਵਿੱਚੋਂ ਗੁਜ਼ਰ ਰਹੇ ਆ ਜਾਂ ਉਹਨਾਂ ਦੇ ਮਾਂ ਪਿਓ ਨੂੰ ਪਤਾ ਹੈ ਵੀ ਉਹਨਾਂ ਦੇ ਬੱਚੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਤਾਂ ਸਕੂਲ ਦੇ ਜਿਹੜੇ ਕਾਉਂਸਲਰਸ ਆ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਨੀ ਚਾਹੀਦੀ ਹੈ। ਸਕੂਲ ਦੇ ਪ੍ਰਿੰਸੀਪਲ ਨਾਲ ਜ਼ਰੂਰ ਗੱਲਬਾਤ ਕਰਨੀ ਚਾਹੀਦੀ ਹੈ। ਜਿਹੜੀ ਤੁਹਾਡੀ ਪੇਰੈਂਟਸ ਟੀਚਰਸ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਤੁਹਾਨੂੰ ਜ਼ਰੂਰ ਪਾਰਟਿਸਿਪੇਟ ਕਰਨਾ ਚਾਹੀਦਾ ਹੈ। ਅਤੇ ਆਲਮੋਸਟ ਐਵਰੀ ਸਕੂਲ ਵਿੱਚ ਪੁਲਿਸ ਦੀ ਇਨਵੋਲਵਮੈਂਟ ਹੁੰਦੀ ਹੈ। ਹਾਲਾਂਕਿ ਲੇਟਲੀ ਨਿਊਜ਼ 'ਚ ਸੀਗਾ ਕਿ ਪੁਲਿਸ ਵਾਲਿਆਂ ਦੀ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ ਕਿਉਂਕਿ ਬੱਚਿਆਂ ਦੇ ਡਿਵੈਲਪਮੈਂਟ ਦੇ ਉੱਪਰ ਫਰਕ ਪੈਂਦਾ। ਪਰ ਜੇ ਤੁਸੀਂ ਚਾਹੋ ਤਾਂ ਤੁਹਾਡੇ ਕੋਲ ਸੋਰਸਿਸ ਬਹੁਤ ਹੈ ਅਤੇ ਜੇ ਤੁਸੀਂ ਅਰਲੀ ਸਟੈਪਸ ਲਓਗੇ ਤਾਂ ਤੁਹਾਡੇ ਬੱਚਿਆਂ ਦੀ ਜਿਹੜੀ ਜ਼ਿੰਦਗੀ ਹੈ ਉਹ ਸੁਧਰ ਸਕਦੀ ਹੈ ਅਤੇ ਬਚ ਵੀ ਸਕਦੀ ਹੈ। ਜੀ, ਹੁਣ ਆਪਾਂ ਲੈ ਚਲੀਏ ਉਹ ਮਕਾਮ ਜਿੱਥੇ ਫਰਜ਼ ਕਰੋ ਕਿ ਉਹ ਬੱਚੇ ਉਸ ਕਾਉਂਸਲਿੰਗ ਤੋਂ ਜਾਂ ਮਦਦ ਤੋਂ ਨਹੀਂ ਬਚ ਸਕਦੇ। ਸੋ ਲੈਟਸ ਟਾਕ ਅ ਲਿਟਲ ਬਿਟ ਜਿਹੜੇ ਯੂਥ ਕ੍ਰਿਮੀਨਲ ਜਸਟਿਸ ਐਕਟ ਆ, ਕਿੰਨੀ ਕੁ ਉਮਰ ਹੁੰਦੀ ਹੈ ਹੋ ਸਕਦੀ ਬੱਚੇ ਦੀ ਫॉर them to actually be charged with a crime ਜਿੱਥੇ ਉਹਨਾਂ ਦੇ ਉੱਤੇ ਚਾਰजेस ਲੱਗੇ ਜਾ ਸਕਦੇ ਆ? 12 ਸਾਲ ਤੋਂ ਥੱਲੇ ਦਾ ਬੱਚਾ ਅਗਰ ਕਿਸੇ ਦਾ ਕਤਲ ਵੀ ਕਰ ਦੇਵੇ ਤਾਂ ਉਹਨੂੰ ਚਾਰਜ ਨਹੀਂ ਕੀਤਾ ਜਾ ਸਕਦਾ। ਸੋ ਜਿਹੜਾ ਯੂਥ ਜਸਟਿਸ ਐਕਟ ਹੈਗਾ ਉਹਦਾ ਜਿਹੜਾ ਮੇਨ ਮੰਤਵ ਇਹ ਹੈ ਕਿ ਵੀ ਜੇ ਕਿਸੇ ਬੱਚੇ ਦੇ ਉੱਪਰ ਬੱਚੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਉਹਨੂੰ ਸਜ਼ਾ ਦੇਣਾ ਉਹਦਾ ਮੰਤਵ ਨਹੀਂ ਹੈ। ਉਹ ਬੱਚੇ ਨੂੰ ਰੀਹੈਬਿਲਿਟੇਟ ਕਰਨਾ ਤਾਂ ਕਿ ਉਹਨੂੰ ਸਿੱਖਿਆ ਦਿੱਤੀ ਜਾਵੇ, ਤਾਂ ਕਿ ਉਹ ਲੈਸਨਸ ਲੈ ਕੇ ਜਾਂ ਕਲਾਸਿਸ ਲੈ ਕੇ ਜਾਂ ਉਹਦੇ 'ਤੇ ਪ੍ਰੋਬੇਸ਼ਨ ਲਾ ਕੇ ਤਾਂ ਕਿ ਉਹਨੂੰ ਵਧੀਆ ਇਨਸਾਨ ਬਣਾਇਆ ਜਾਵੇ। ਸੋ ਪਰ ਅੱਜ ਕੱਲ੍ਹ ਇਹਨਾਂ ਨੇ ਜਿਹੜਾ ਨਵਾਂ ਅੱਜ ਕੱਲ੍ਹ ਜੋ ਚੱਲ ਰਿਹਾ ਉਹ ਇਹ ਹੈ ਕਿ ਵੀ ਜੇ 16 ਸਾਲ ਜਾਂ 16 ਸਾਲ ਤੋਂ ਉੱਪਰ ਦਾ ਬੱਚਾ ਕੋਈ ਸੀਰੀਅਸ ਕ੍ਰਿਮੀਨਲ ਐਕਟੀਵਿਟੀ ਵਿੱਚ ਇਨਵੋਲਵ ਹੋ ਜਾਂਦਾ ਤਾਂ ਆਮ ਤੌਰ 'ਤੇ ਪ੍ਰੋਸੀਕਿਊਟਰਸ ਉਹਨੂੰ ਜਿਹੜਾ ਉਹਦੀ ਸੈਂਟੈਂਸਿੰਗ ਹੈ ਉਹ ਐਜ਼ ਅ ਐਡਲਟ ਕੋਰਟ 'ਚ ਕਰਵਾਉਂਦੇ ਹੈ। ਐਂਡ ਦੈਟਸ ਅ ਵੈਰੀ ਵੈਰੀ ਇੰਪੋਰਟੈਂਟ ਥਿੰਗ ਫॉर ਯੂਰ ਲਿਸਨਰਸ ਟੂ ਨੋ। ਸੋ ਪਰ ਬਾਏ ਦ ਐਂਡ ਆਫ ਦ ਡੇ ਜਿਹੜਾ ਯੂਥ ਜਸਟਿਸ ਐਕਟ ਹੈ ਉਹਦਾ ਮੇਨ ਮਕਸਦ ਇਹ ਹੈ ਕਿ ਵੀ ਬੱਚੇ ਨੂੰ ਵਧੀਆ ਇਨਸਾਨ ਬਣਾਉਣਾ, ਨਾ ਕਿ ਉਹਨੂੰ ਸਜ਼ਾ ਦੇ ਕੇ ਹੋਰ ਉਹਨੂੰ ਕ੍ਰਿਮੀਨਲ ਐਕਟੀਵਿਟੀਜ਼ ਜਾਂ ਉਹਨੂੰ ਕ੍ਰਿਮੀਨਲ ਵਾਲੇ ਪਾਸੇ ਹੋਰ ਧਕੇਲਣਾ। ਆਪਾਂ ਥੋੜੀ ਜਿਹੀ ਸੀਰੀਅਸ ਤੁਸੀਂ ਐਕਟਸ ਸੀਰੀਅਸ ਕ੍ਰਾਈਮਸ ਦਾ ਉਹਦਾ ਜ਼ਿਕਰ ਕੀਤਾ। ਸੋ ਜਿਹੜੇ ਮਾਈਨਰ ਅਫੈਂਸਿਸ ਆ ਕਿਹਨੂੰ ਮੰਨਿਆ ਜਾਂਦਾ? ਥੈਫਟ ਅੰਡਰ 5000, ਅਸੌਲਟ, ਸੀਰੀਅਸ ਜਿਹੜੇ ਕ੍ਰਾਈਮਸ ਆ ਉਹ ਕਿਹੜੇ ਆ? ਮੈਨੂੰ ਜੀ ਕ੍ਰਿਮੀਨਲ ਪ੍ਰੈਕਟਿਸ ਕਰਦੇ ਪਿਛਲੇ 30 ਸਾਲ ਹੋ ਗਏ ਹੈ। ਸੋ ਇਟਸ ਅ ਵੈਰੀ ਸਬਜੈਕਟਿਵ ਥਿੰਗ, ਠੀਕ ਹੈ। ਕਿਸੇ ਬੰਦੇ ਲਈ ਸਟੋਰ ਵਿੱਚੋਂ ਚੋਰੀ ਕਰਨੀ, ਚਾਕਲੇਟ ਦੀ ਚੋਰੀ ਕਰਨੀ ਵੀ ਵੈਰੀ ਸੀਰੀਅਸ ਹੈ। ਕਿਸੇ ਬੰਦੇ ਲਈ ਸ਼ਰੇਆਮ ਪਾਇਲ ਬਿਜ਼ਨਸ ਸੈਂਟਰ ਵਿੱਚ ਘਲਾੜਾ ਲੈ ਕੇ ਆਪਣੀ ਘਰ ਵਾਲੀ ਦਾ ਕਤਲ ਕਰ ਦੇਣਾ ਉਹਨਾਂ ਲਈ ਉਹ ਵੀ ਕੋਈ ਵੱਡੀ ਗੱਲ ਨਹੀਂ। ਸੋ ਇਟ ਆਲ ਡਿਪੈਂਡਸ ਵੀ ਤੁਸੀਂ ਸੀਰੀਅਸ ਕਿਸ ਨੂੰ ਕਹਿੰਦੇ ਹੋ। ਸੋ ਆਮ ਤੌਰ 'ਤੇ ਜਿਹੜਾ ਜਦ ਆਪਾਂ ਬੱਚਿਆਂ ਦੀ ਗੱਲਬਾਤ ਕਰਦੇ ਹਾਂ ਜਿਹੜੀ ਇਹਨਾਂ ਦੀ ਗੈਂਗ ਵਾਇਲੈਂਸ ਹੈ ਉਹ ਬਹੁਤ ਸੀਰੀਅਸ ਮੰਨੀ ਜਾਂਦੀ ਹੈ। ਕਿਸੇ ਵੀ ਤਰ੍ਹਾਂ ਦਾ ਗੈਂਗਸ ਦੀ ਐਕਟੀਵਿਟੀ ਨੂੰ ਅੱਗੇ ਵਧਾਉਣਾ ਜਾਂ ਕ੍ਰਿਮੀਨਲ ਆਰਗੇਨਾਈਜੇਸ਼ਨ ਦਾ ਜਿਹੜਾ ਮੰਤਵ ਆ ਉਹਨੂੰ ਅੱਗੇ ਵਧਾਉਣਾ, ਇਹਨਾਂ ਚੀਜ਼ਾਂ ਨੂੰ ਕਾਫੀ ਐਗਰਾਵੇਟਿੰਗ ਫੈਕਟਰ ਮੰਨਿਆ ਜਾਂਦਾ ਜੀ। ਤੇ ਤੁਹਾਨੂੰ ਕੀ ਲੱਗਦਾ ਕੁਝ ਜਿਹੜੇ ਪਿਛਲੇ ਸਮੇਂ ਦੇ ਵਿੱਚ ਆ ਜਿਹੜੇ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਆ, ਸਾਡੇ ਜਿਹੜੇ ਪੰਜਾਬੀ ਭਾਈਚਾਰੇ ਦੇ ਜਿਹੜੇ ਬੱਚੇ ਆ ਜ਼ਿਆਦਾ ਸ਼ਾਮਲ ਹੋ ਗਏ ਇਸ ਐਕਟੀਵਿਟੀ ਦੇ ਵਿੱਚ ਹੋਰ ਕ੍ਰਾਈਮਸ ਨਾਲੋਂ? ਹਾਂਜੀ, ਜੇ ਆਪਾਂ ਸੰਖਿਆ ਦੇਖੀਏ, ਜੇ ਆਪਾਂ ਸਟੈਟਸ ਵਗੈਰਾ ਦੇਖੀਏ ਉਹਦੇ 'ਚ ਕਾਫੀ ਉੱਭਰ ਕੇ ਅੱਗੇ ਆ ਰਿਹਾ ਕਿ ਵੀ ਆਪਣੇ ਪੰਜਾਬੀ ਕਮਿਊਨਿਟੀਜ਼ ਦੇ ਜਿਹੜੇ ਬੱਚੇ ਆ ਉਹ ਕਾਫੀ ਗੈਂਗ ਐਕਟੀਵਿਟੀਜ਼ ਵਿੱਚ ਇਨਵੋਲਵਡ ਹੈਗੇ ਆ। ਪਰ ਨਾਲ ਦੀ ਨਾਲ ਜੇ ਆਪਾਂ ਅੱਜ ਦੀ ਗੱਲਬਾਤ ਵੀ ਕਰੀਏ, ਅੱਜ ਵੀ ਪੁਲਿਸ ਵਾਲਿਆਂ ਨੇ ਆਲਮੋਸਟ 11 ਨਾਂ ਜਾਂ 11 ਲੋਕਾਂ ਦਾ ਵਰਣਨ ਕੀਤਾ ਜਿਨ੍ਹਾਂ ਦਾ ਉਹ ਇਹ ਕਹਿ ਰਹੇ ਆ ਕਿ ਵੀ ਅਸੀਂ ਇਹਨਾਂ ਦੀ ਜਾਨ ਬਚਾਉਣ 'ਚ ਸ਼ਾਇਦ ਨਾ ਕਾਮਯਾਬ ਹੋ ਸਕੀਏ। ਬਹੁਤ ਹੀ ਦਰਦਨਾਕ ਖਬਰ ਸੀ ਸਵੇਰ ਦੀ। ਉਹਨਾਂ ਮਾਪਿਆਂ ਦਾ ਕੀ ਬਣਦਾ ਹੋਊਗਾ ਜਿਨ੍ਹਾਂ ਦੇ ਬੱਚਿਆਂ ਬਾਰੇ ਜ਼ਿਕਰ ਹੋ ਰਿਹਾ ਵੀ ਜਿਹਦੇ ਬਾਰੇ ਪੁਲਿਸ ਇਹ ਕਹਿ ਰਹੀ ਹੈ ਵੀ ਹੋ ਸਕਦਾ ਅਸੀਂ ਇਹਨਾਂ ਨੂੰ ਨਾ ਬਚਾ ਸਕੀਏ। ਤਾਂ
ਇਹ ਵੀ ਹੋ ਸਕਦਾ ਵੀ ਇਹਨਾਂ ਦੇ ਜਿਹੜੇ ਨਾਲ ਹੋਣਗੇ ਇਰਦ ਗਿਰਦ ਹੋਣਗੇ ਉਹਨਾਂ ਦੀ ਜਾਨ ਨੂੰ ਵੀ ਉਹਨਾਂ ਦੀ ਜਾਨ ਵੀ ਜੋਖਮ 'ਚ ਪੈ ਸਕਦੀ ਹੈ। ਸੋ ਅਫਸੋਸ ਵਾਲੀ ਗੱਲ ਇਸ ਕਰਕੇ ਹੈ ਕਿ ਵੀ ਪੁਲਿਸ ਵਾਲਿਆਂ ਨੇ ਇਹ ਤਾਂ ਦੱਸਤਾ ਵੀ ਅਸੀਂ ਇਹਨਾਂ ਦੀ ਜਾਨ ਨੂੰ ਬਚਾ ਨਹੀਂ ਸਕਦੇ। ਇਹ ਸਟੇਟਮੈਂਟ ਦੇਣ ਲਈ ਉਹਨਾਂ ਕੋਲ ਐਟਲੀਸਟ ਇਨਫ ਇਨਫੋਰਮੇਸ਼ਨ ਜ਼ਰੂਰ ਹੋਗੀ ਕਿ ਵੀ ਇਹਨਾਂ ਦੀ ਜਾਨ ਦੇ ਪਿੱਛੇ ਕੌਣ ਲੋਕ ਹੈਗੇ ਆ। ਉਹਨਾਂ ਦਾ ਉਹਨਾਂ ਨੇ ਬਿਲਕੁਲ ਜ਼ਿਕਰ ਨਹੀਂ ਕੀਤਾ। ਮੇਰੇ ਹਿਸਾਬ ਨਾਲ ਜੇ ਇਹਨਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਵੀ ਇਹ ਬੰਦੇ ਵਿਕਟਮ ਹੋ ਸਕਦੇ ਆ ਤੇ ਜਿਨ੍ਹਾਂ ਨੇ ਇਹਨਾਂ ਨੂੰ ਵਿਕਟਮ ਬਣਾਉਣਾ, ਜਿਹੜੇ ਐਕਚੁਅਲ ਕਿਲਰ ਹੈ ਜਾਂ ਜਿਨ੍ਹਾਂ ਦੀ ਇੰਟੈਂਸ਼ਨ ਟੂ ਕਿਲ ਹੈਗੀ ਹੈ, ਉਹਨਾਂ ਦਾ ਨਾਂ ਤਾਂ ਡੈਫੀਨੇਟਲੀ ਜ਼ਰੂਰ ਇਹਨਾਂ ਨੂੰ ਪਬਲਿਸ਼ ਕਰਨਾ ਚਾਹੀਦਾ ਸੀਗਾ ਤਾਂ ਕਿ ਲੋਕਾਂ ਅੱਗੇ ਸਾਰੀ ਪਿਕਚਰ ਆ ਸਕੇ ਜੀ। ਜਦੋਂ ਇਹਨਾਂ ਨੇ ਹੁਣ ਪਿਕਚਰਸ ਪਬਲਿਸ਼ ਕੀਤੀਆਂ ਆ ਉਹਦੇ ਵਿੱਚ ਇਹਨਾਂ ਨੇ ਇਹ ਜ਼ਿਕਰ ਕੀਤਾ ਕਿ ਦੇ ਆਰ ਨੋਨ ਟੂ ਪੁਲਿਸ। ਜਦੋਂ ਨੋਨ ਟੂ ਪੁਲਿਸ ਕੋਈ ਹੁੰਦਾ, ਇੱਕ ਵਿਕਟਮ ਦੀ ਵੀ ਸ਼ੂਟਿੰਗ ਹੋਈ ਸੀਗੀ, ਆਪਣੀ ਬੱਚੀ ਸੀਗੀ ਬਰਨਬੀ ਦੇ ਵਿੱਚ, ਉਹਨਾਂ ਨੇ ਵੀ ਇਹ ਜ਼ਿਕਰ ਕੀਤਾ ਕਿ ਸ਼ੀ ਵਾਸ ਆਲਸੋ ਨੋਨ ਟੂ ਪੁਲਿਸ। ਨੋਨ ਟੂ ਪੁਲਿਸ ਦਾ ਕੀ ਮਤਲਬ ਹੈ ਇਨ ਪਲੇਨ ਟਰਮਸ? ਹਾਂਜੀ, ਨੋਨ ਟੂ ਪੁਲਿਸ ਦਾ ਮਤਲਬ ਡਿਫਰੈਂਟ ਆਪਾਂ ਤਰੀਕੇ ਨਾਲ ਉਹਨੂੰ ਦੇਖ ਸਕਦੇ ਹਾਂ। ਇੱਕ ਤਾਂ ਹੁੰਦਾ ਜੀ ਵੀ ਕਿਸੇ ਬੰਦੇ ਦਾ ਕੋਈ ਪ੍ਰੀਵੀਅਸ ਕ੍ਰਿਮੀਨਲ ਰੈਕਡ ਹੋਵੇ ਜਾਂ ਉਹ ਉਹਨੇ ਕੋਈ ਕ੍ਰਿਮੀਨਲ ਐਕਟੀਵਿਟੀ 'ਚ ਇਨਵੋਲਵ ਹੋ ਗਏ। ਪਰ ਕਈ ਵਾਰ ਲੋਕਾਂ ਦੇ ਚਾਰਜਸ ਨਹੀਂ ਲੱਗਦੇ ਪਰ ਉਹ ਪੁਲਿਸ ਦੀ ਨਜ਼ਰ 'ਚ ਹੁੰਦੇ ਆ, ਪੁਲਿਸ ਦੀ ਇਨਵੈਸਟੀਗੇਸ਼ਨ 'ਚ ਹੁੰਦੇ ਆ, ਉਹਨਾਂ ਦੀ ਆਬਜ਼ਰਵੇਸ਼ਨ 'ਚ ਹੁੰਦੇ ਆ ਕਿ ਵੀ ਇਹ ਜਿਹੜੇ ਬੰਦੇ ਆ ਦੇ ਆਰ ਇਨਵੋਲਵਡ ਬਟ ਦ ਪੁਲਿਸ ਕੈਂਟ ਪ੍ਰੂਵ ਇਟ। ਸੋ ਵੈਨ ਦੇ ਸੇ ਵੀ ਨੋਨ ਟੂ ਪੁਲਿਸ, ਇਹਦੇ ਅਲੱਗ-ਅਲੱਗ ਮਤਲਬ ਹੋ ਸਕਦੇ ਆ। ਉਹਨਾਂ ਦਾ ਜਿਹੜਾ ਪਿਛੋਕੜ ਆ ਉਹ ਮਾੜਾ ਹੋ ਸਕਦਾ, ਕ੍ਰਿਮੀਨਲ ਪਿਛੋਕੜ ਹੋ ਸਕਦਾ, ਜਾਂ ਉਹ ਇਹੋ ਜਿਹੀਆਂ ਗਤੀਵਿਧੀਆਂ ਵਿੱਚ ਇਨਵੋਲਵਡ ਹੈ ਜਿੱਥੇ ਪੁਲਿਸ ਵਾਲੇ ਚਾਰਜ ਨਹੀਂ ਲਾ ਸਕਦੇ। ਉਹਨਾਂ ਨੂੰ ਪੂਰਾ ਇਸ ਗੱਲ ਦਾ ਭਰੋਸਾ ਵੀ ਇਹ ਬੰਦਾ ਗਲਤ ਕੰਮ ਕਰ ਰਿਹਾ ਪਰ ਉਹ ਪ੍ਰੂਵ ਨਹੀਂ ਕਰ ਸਕਦੇ। ਸੋ ਦੇ ਆਰ ਨੋਨ ਟੂ ਪੁਲਿਸ, ਦੈਟਸ ਵਾਟ ਇਟ ਮੀਨਸ ਜੀ। ਜੇ ਹੁਣ ਆਪਾਂ ਫਿਰ ਯੂਥ 'ਤੇ ਲੈ ਚੱਲੀਏ ਗੱਲ, ਜਦੋਂ ਇਹ ਸਟੇਜਸ ਦੇ ਵਿੱਚ ਪਹੁੰਚਦੇ ਆ ਡਰੱਗ ਐਕਟੀਵਿਟੀਜ਼, ਗੈਂਗਸ ਦੇ ਨਾਲ ਇਹਨਾਂ ਦੀ ਜਿਹੜੀ ਮੁਲਾਕਾਤ, ਜਿਹੜੀ ਸ਼ੁਰੂਆਤ ਹੁੰਦੀ ਆ, ਪੇਰੈਂਟਸ ਦਾ ਇੱਕ ਰੋਲ ਹੁੰਦਾ। ਅਕਸਰ ਇੱਕ ਬਲੇਮ ਗੇਮ ਹੁੰਦੀ ਹੈ ਕਿ ਮਾਪੇ ਕੀ ਕਰਦੇ ਆ ਜਾਂ ਮਾਪਿਆਂ ਦੇ ਹੱਥੋਂ ਦੇ ਵਿੱਚੋਂ ਇਹ ਬੱਚਾ ਨਿਕਲ ਗਿਆ ਆ, ਪੇਰੈਂਟਸ ਨੀਡ ਟੂ ਬੀ ਮੋਰ ਸਟ੍ਰਿਕਟ। ਉਹ ਕਦੋਂ ਕਾਨੂੰਨ ਦਾ ਮਦਦ ਲੈ ਸਕਦੇ ਆ? ਕਈ ਵਾਰੀ ਇੱਦਾਂ ਹੁੰਦੀ ਹੈ ਵੀ ਜਿਹੜਾ ਮਾਈਨਰ ਬੱਚਾ ਹੁੰਦਾ, ਅੰਡਰ ਏਜ ਹੁੰਦਾ ਆ, ਪੁਲਿਸ ਕਹਿੰਦੇ ਅਸੀਂ ਕੁਝ ਕਰ ਨਹੀਂ ਸਕਦੇ ਜਾਂ ਦੇਰ ਨਾਟ ਐਟ ਦੈਟ ਏਜ ਵੇਅਰ ਵੀ ਕੈਨ ਐਕਚੁਅਲੀ ਹੈਲਪ ਯੂ, ਗਾਈਡੈਂਸ ਨਹੀਂ ਦੇ ਸਕਦੇ। ਜਦੋਂ ਬੱਚਾ 18-19 ਸਾਲਾਂ ਤੋਂ ਉੱਤੇ ਹੋ ਜਾਂਦਾ ਉਹ ਫਿਰ ਇੱਕ ਐਡਲਟ ਕੰਸੀਡਰ ਕੀਤਾ ਜਾਂਦਾ। ਪੁਲਿਸ ਜਾਂ ਕਾਨੂੰਨ ਜਿਹੜਾ ਕਹਿੰਦਾ ਵੀ ਦੇ ਹੈਵ ਟੂ ਫੈਂਡ ਫॉर ਦੈਮਸੈਲਵਸ। ਸੋ ਪੇਰੈਂਟਸ ਦਾ ਰੋਲ ਕਦੋਂ ਹੁੰਦਾ ਹੈ? ਜਦੋਂ ਕਾਨੂੰਨ ਨਾਲ ਉਹਨਾਂ ਦਾ ਵਾਹ ਪੈਂਦਾ ਹੈ ਬੱਚਿਆਂ ਦਾ। ਪੇਰੈਂਟਸ ਦਾ ਰੋਲ ਤਾਂ ਜੀ ਜਦ ਤੋਂ ਬੱਚਾ ਜਨਮ ਲੈਂਦਾ ਇਸ ਦੁਨੀਆ 'ਚ ਆਉਂਦਾ ਤੇ ਜਦ ਤਾਈਂ ਪੇਰੈਂਟਸ ਇਸ ਦੁਨੀਆ 'ਚ ਰਹਿੰਦੇ ਆ ਉਹ ਰੋਲ ਖਤਮ ਹੀ ਨਹੀਂ ਹੋ ਸਕਦਾ। ਨੌਹਾਂ ਨਾਲੋਂ ਮਾਸ ਲੱਗ ਨਹੀਂ ਹੋ ਸਕਦਾ, ਡਜ਼ਨਟ ਮੈਟਰ। ਬੱਚੇ ਚਾਹੇ 70 ਸਾਲ ਦੇ ਵੀ ਹੋ ਜਾਣ, ਉਹਨਾਂ ਦੀ ਮਾਂ ਜਿਹੜੀ 90 ਵਰ੍ਹਿਆਂ ਦੀ ਆ ਉਹਦੇ ਲਈ ਉਹ ਬੱਚੇ ਹੀ ਰਹਿਣੇ ਆ। ਸੋ ਜਦ ਤੁਹਾਨੂੰ ਸੰਕੇਤ ਆਉਣੇ ਸ਼ੁਰੂ ਹੋ ਜਾਣ ਵੀ ਤੁਹਾਡੇ ਬੱਚੇ ਗਲਤ ਐਕਟੀਵਿਟੀ 'ਚ ਇਨਵੋਲਵਡ ਹੈ, ਸੰਕੇਤ ਸ਼ੁਰੂ ਤੋਂ ਆਉਣੇ ਸ਼ੁਰੂ ਹੋ ਜਾਂਦੇ ਆ। ਜੇ ਤੁਹਾਡਾ ਬੱਚਾ ਸਾਰੀ ਦਿਹਾੜੀ ਆਪਣਾ ਕਮਰਾ ਬੰਦ ਕਰਕੇ ਬੈਠਾ ਰਹੇ, ਉਹਦੇ ਕੋਲ 2-3 ਸੈੱਲ ਫੋਨ ਹੋਣ, ਕੰਮ ਉਹ ਕੋਈ ਕਰਦਾ ਨਹੀਂ ਪਰ ਲਾਲ ਰੰਗ ਦੀ ਵਧੀਆ ਕਮੈਰੋ ਕਾਰ ਚਲਾ ਰਿਹਾ, ਇਨਕਮ ਉਹਦੀ ਕੋਈ ਹੈ ਨਹੀਂ ਪਰ ਗਹਿਣਾ ਗੱਟਾ ਬਹੁਤ ਪਾ ਰਿਹਾ, ਉਹਦੇ ਕੋਲ ਥੱਦੀਆਂ ਨੋਟਾਂ ਦੀਆਂ। ਸੋ ਜਦ ਇਹੋ ਜਿਹੀਆਂ ਗੱਲਾਂ ਬਾਤਾਂ ਹੋਣ ਤਾਂ ਪੇਰੈਂਟਸ ਦੇ ਮਨ 'ਚ ਜ਼ਰੂਰ ਸ਼ੰਕਾ ਪੈਦਾ ਹੋਣੀ ਚਾਹੀਦੀ ਹੈ ਕਿ ਵੀ ਉਹਨਾਂ ਦੇ ਬੱਚੇ ਇਸ ਵੇਲੇ ਕਿਸੇ ਗਲਤ ਡਾਇਰੈਕਸ਼ਨ ਵੱਲ ਮੂਵ ਕਰ ਰਹੇ ਆ। ਸੋ ਜਦ ਵੀ ਉਹਨਾਂ ਨੂੰ ਪਤਾ ਲੱਗੇ ਉਸ ਵੇਲੇ ਇੰਸਟੈਡ ਆਫ ਉਹਨਾਂ ਨੂੰ ਆਪਣੇ ਬੱਚੇ ਨਾਲ ਜ਼ਰੂਰ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ। ਉਹਨਾਂ ਨੂੰ ਆਪਣੇ ਬੱਚੇ ਨਾਲ ਇੰਨੀ ਉਹਨਾਂ ਦੀ ਜ਼ਰੂਰ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਕਿ ਵੀ ਬੱਚਾ ਉਹਨਾਂ ਨਾਲ ਖੁੱਲ੍ਹ ਕੇ ਗੱਲਬਾਤ ਕਰ ਸਕੇ। ਕਈ ਵਾਰ ਮਾਪੇ ਬੱਚੇ ਨੂੰ ਗਾਲਾਂ ਕੱਢਣ ਲੱਗ ਪੈਂਦੇ ਆ, ਉਹਨੂੰ ਮਾਰਨ ਕੁੱਟਣ ਦੀ ਕੋਸ਼ਿਸ਼ ਕਰਦੇ ਆ, ਉਹਦਾ ਜਿਹੜਾ ਪ੍ਰਭਾਵ ਹੈ ਉਹ ਮਾੜਾ ਹੀ ਪੈਂਦਾ ਕਿਉਂਕਿ ਬੱਚੇ ਨੇ ਗਾਂਹ ਵਾਸਤੇ ਤੁਹਾਡੇ ਨਾਲ ਕਦੇ ਵੀ ਓਪਨ ਅਪ ਨਹੀਂ ਹੋਣਾ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਸਹੀ ਰਾਹ 'ਤੇ ਚੱਲਣ ਤਾਂ ਉਹਨਾਂ ਦਾ ਰਿਸ਼ਤਾ ਤੁਹਾਡਾ ਪੇਰੈਂਟਸ ਔਰ ਬੱਚੇ ਵਾਲਾ ਤਾਂ ਹੋਣਾ ਹੀ ਚਾਹੀਦਾ ਪਰ ਨਾਲ ਫਰੈਂਡਲੀ ਰਿਲੇਸ਼ਨਸ਼ਿਪ ਵੀ ਹੋਣਾ ਚਾਹੀਦਾ। ਉਹਦੇ ਲਈ ਤੁਹਾਨੂੰ ਕੁਰਬਾਨੀਆਂ ਦੇਣੀਆਂ ਪੈਣੀਆਂ, ਉਹਦੇ ਲਈ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਵਿੱਚ ਸ਼ਾਮਲ ਹੋਣਾ ਪੈਣਾ, ਉਹਨਾਂ ਦੀ ਜਿਹੜੀ ਐਕਟੀਵਿਟੀਜ਼ ਵਿੱਚ ਸ਼ਾਮਲ ਹੋਣਾ ਪੈਣਾ, ਉਹਨਾਂ ਦੀ ਜਿਹੜੇ ਐਕਸਟਰਾ ਕਰਿਕੂਲਮ ਐਕਟੀਵਿਟੀਜ਼ ਆ ਉਹਦੇ ਵਿੱਚ ਤੁਹਾਨੂੰ ਸ਼ਿਰਕਤ ਕਰਨੀ ਪੈਣੀ ਹੈ। ਸੋ ਤੁਹਾਨੂੰ ਆਪਣੇ ਵੱਲੋਂ ਸੈਕਰੀਫਾਈਸ ਕਰਨੀ ਪੈਣੀ ਹੈ ਤਾਂ ਕਿ ਤੁਹਾਡਾ ਜਿਹੜਾ ਸਾਰਿਆਂ ਨਾਲੋਂ ਵੱਡਾ ਸਰਮਾਇਆ ਤੁਹਾਡੇ ਬੱਚੇ ਹੈ ਉਹਨਾਂ ਦੀ ਜ਼ਿੰਦਗੀ ਹਮੇਸ਼ਾ ਲਈ ਵਧੀਆ ਬਣੇ। ਮਾਪੇ ਹਮੇਸ਼ਾ ਡਰਦੇ ਹੁੰਦੇ ਵੀ ਸਾਡਾ ਜਿਹੜਾ ਬੱਚਾ ਆ ਕੋਈ ਗਲਤ ਕਦਮ ਨਾ ਉਠਾਏ, ਪਰ ਹੁਣ ਜੋ ਅੱਜ ਕੱਲ੍ਹ ਅਸੀਂ ਵੇਖਦੇ ਹਾਂ ਜਿੱਦਾਂ ਤੁਸੀਂ ਕਹਿੰਦੇ ਵੀ ਜਿਹੜੀ ਇਨਕਰੀਜ਼ ਹੋਈ ਹੈ ਗੈਂਗਸ ਦੇ ਨਾਲ, ਡਰੱਗਸ ਦੇ ਨਾਲ ਸਾਡੇ ਜਿਹੜੇ ਬੱਚੇ ਸ਼ਾਮਲ ਹੈਗੇ ਆ,
ਕਈ ਵਾਰੀ ਮਾਪੇ ਇਹ ਵੀ ਡਰਦੇ ਵੀ ਕਾਨੂੰਨੀ ਤੌਰ 'ਤੇ ਪੁਲਿਸ ਦੇ ਨਾਲ ਜਦੋਂ ਉਹਨਾਂ ਦਾ ਵਾਹ ਪੈ ਗਿਆ, ਚਾਰਜਸ ਲੱਗ ਗਏ, ਕੋਰਟ ਦੇ ਵਿੱਚ ਕਨਵਿਕਟ ਹੋ ਜਾਣਗੇ ਵੀ ਜਿਹੜਾ ਉਹਨਾਂ ਦਾ ਰੈਕਡ ਸਾਰੀ ਉਮਰ ਲਈ ਖਰਾਬ ਹੋਣਾ ਆ। ਪਰ ਕਈ ਵਾਰੀ ਜਦੋਂ ਬਿਹਾਈਂਡ ਬਾਰਸ, ਜਦੋਂ ਜੇਲ੍ਹ ਦੇ ਪਿੱਛੇ ਹੈਗੇ ਆ, ਉੱਥੇ ਜ਼ਿਆਦਾ ਸੁਰੱਖਿਅਤ ਹੈਗੇ ਆ ਇੰਸਟੈਡ ਆਫ ਬੀਇੰਗ ਔਨ ਦ ਸਟਰੀਟਸ। ਕੀ ਤੁਹਾਨੂੰ ਲੱਗਦਾ ਕਿ ਕਈ ਵਾਰੀ ਪੇਰੈਂਟਸ ਨੂੰ ਆਪਣੇ ਜਿਹੜੇ ਬੱਚੇ ਆ ਆਪ ਰਿਪੋਰਟ ਕਰਨੇ ਚਾਹੀਦੇ ਆ, ਜਾਂ ਕੋਈ ਤੁਹਾਡੇ ਵਰਗਾ ਐਕਸਪੀਰੀਅੰਸ ਵਕੀਲ ਹੋਵੇ ਉਹ ਤੋਂ ਸਲਾਹ ਲੈਣੀ ਚਾਹੀਦੀ ਹੈ ਵੀ ਕਿਵੇਂ ਆਪਣੇ ਬੱਚੇ ਨੂੰ ਇਹ ਸਿਚੁਏਸ਼ਨ ਤੋਂ ਬਾਹਰ ਕੱਢਣਾ ਵੇਅਰ ਦੇ ਆਰ ਸੇਫ? ਮੇਰੇ ਹਿਸਾਬ ਨਾਲ ਜਿਹੜਾ ਬਿਲਕੁਲ ਸਿੱਧਾ ਪ੍ਰਸ਼ਨ ਹੈ, ਕੁਐਸਚਨ ਇਹ ਹੋਣਾ ਚਾਹੀਦਾ ਕਿ ਵੀ ਤੁਸੀਂ ਬੱਚੇ ਦੇ ਮਾੜੇ ਰੈਕਡ ਤੋਂ ਡਰਦੇ ਹੋ ਜਾਂ ਤੁਸੀਂ ਬੱਚੇ ਦੀ ਜ਼ਿੰਦਗੀ ਚਾਹੁੰਦੇ ਹੋ। ਜੇ ਕੋਈ ਮਾੜਾ ਰੈਕਡ ਹੋਊਗਾ ਉਹਨੂੰ ਠੀਕ ਕਰਨ ਦਾ ਤਾਂ ਦੁਬਾਰਾ ਮੌਕਾ ਮਿਲ ਜਾਂਦਾ, ਪਰ ਜੇ ਬੱਚੇ ਦੀ ਜਾਨ ਚਲੀ ਗਈ ਉਹਨੇ ਦੁਬਾਰਾ ਵਾਪਸ ਨਹੀਂ ਆਉਣਾ। ਸੋ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਬੱਚਾ ਗਲਤ ਰਾਹ 'ਤੇ ਹੈਗਾ ਤਾਂ ਇਸ ਕੰਟਰੀ ਵਿੱਚ ਬਹੁਤ ਸੋਰਸਿਸ ਹੈਗੇ ਜਿਹਦੀ ਤੁਸੀਂ ਹੈਲਪ ਲੈ ਸਕਦੇ ਹੋ, ਪਰ ਤੁਹਾਨੂੰ ਉਹਦੇ ਲਈ ਸਟੈਪ ਲੈਣਾ ਪੈਣਾ, ਆਪ ਲੈਣਾ ਪੈਣਾ। ਕਈ ਵਾਰ ਮਾਂ ਪਿਓ ਆਪਣੇ ਬੱਚੇ ਦੀ ਜਿਹੜੀਆਂ ਗਲਤ ਗੱਲਾਂ ਉਹਨੂੰ ਢਕਣ ਦੀ ਕੋਸ਼ਿਸ਼ ਕਰਦੇ ਆ। ਈਵਨ ਪੁਲਿਸ ਵਾਲਿਆਂ ਨੇ ਮੈਂ ਪਿੱਛੇ ਜੇ ਕੇਸ ਕੀਤਾ ਸੀ ਜੀ, ਉਹਦੇ ਵਿੱਚ ਪੁਲਿਸ ਵਾਲਿਆਂ ਨੇ ਪੇਰੈਂਟਸ ਨੂੰ ਜਾ ਕੇ ਕਿਹਾ, ਉਹਨਾਂ ਦੀਆਂ ਮਿੰਨਤਾਂ ਕੀਤੀਆਂ ਵੀ ਤੁਹਾਡੇ 2 ਬੱਚਿਆਂ ਦੀ ਜ਼ਿੰਦਗੀ ਖਤਰੇ 'ਚ ਹੈ, ਤੁਸੀਂ ਪਲੀਜ਼ ਇਹਨਾਂ ਨੂੰ ਕੰਟਰੀ 'ਚੋਂ ਬਾਹਰ ਭੇਜ ਦਿਓ। ਉਹਨਾਂ ਪੁਲਿਸ ਵਾਲੇ ਦੀ ਕਿਸੇ ਨੇ ਗੱਲਬਾਤ ਨਹੀਂ ਸੁਣੀ। ਅੰਜਾਮ ਕੀ ਹੋਇਆ? ਉਹ 2 ਬੱਚਿਆਂ 'ਚੋਂ ਇੱਕ ਦੀ ਮੌਤ ਹੋ ਗਈ ਤੇ ਦੂਜਾ ਬਹੁਤ ਸੀਰੀਅਸ ਤਰੀਕੇ ਨਾਲ ਜ਼ਖਮੀ ਹੋ ਗਿਆ। ਸੋ ਸਾਰਿਆਂ ਨਾਲੋਂ ਜਿਹੜੀ ਮੇਨ ਸੋਚਣ ਵਾਲੀ ਗੱਲ ਇਹ ਹੈ ਕਿ ਵੀ ਸਾਡੇ ਲਈ ਕੀ ਜ਼ਰੂਰੀ ਹੈ। ਸੋ ਸਾਰਿਆਂ ਨਾਲੋਂ ਵੱਡੀ ਜਿਹੜੀ ਮਨੁੱਖੀ ਜੀਵਨ ਆ ਉਹ ਹੈ, ਉਸ ਤੋਂ ਬਾਅਦ ਬਾਕੀ ਸਾਰੀਆਂ ਗੱਲਾਂ ਆਉਂਦੀਆਂ ਜੀ। ਜੇ ਅਸੀਂ ਥੋੜ੍ਹੇ ਜਿਹੇ ਸੈਂਟੈਂਸਿੰਗ ਦੀ ਗੱਲ ਕਰੀਏ, ਚਾਰਜਸ ਦੀ ਗੱਲ ਕਰੀਏ, ਸਭ ਤੋਂ ਜਿਹੜੀ ਮਿਨੀਮਮ ਚਾਰਜਸ ਕੋਈ ਵੀ ਤੁਸੀਂ ਲਾ ਲਓ ਗੈਂਗ ਵਾਇਲੈਂਸ ਰਿਲੇਟਡ ਨਾਲ, ਭਾਵੇਂ ਪੋਜੈਸ਼ਨ ਆਫ ਡਰੱਗਸ, ਪੋਜੈਸ਼ਨ ਆਫ ਫਾਇਰ ਆਰਮਸ, ਕੀ ਸੈਂਟੈਂਸਿੰਗ ਹੋ ਸਕਦੀ ਹੈ ਮਿਨੀਮਮ ਤੇ ਕੀ ਮੈਕਸਿਮਮ ਹੋ ਸਕਦੀ ਆ? ਤੇ ਓਬਵੀਅਸਲੀ ਆਪਾਂ ਤਾਂ ਇਹ ਜਿੱਦਾਂ ਹੁਣ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਮੌਤ ਨਾਲੋਂ ਕੋਈ ਵੀ ਸੈਂਟੈਂਸਿੰਗ, ਕੋਈ ਵੀ ਚਾਰਜਸ ਵਧੀਆ ਹੋਣਗੇ, ਐਟ ਲੀਸਟ ਯੂ ਆਰ ਸੇਫ ਫॉर ਬਿਹਾਈਂਡ ਬਾਰਸ। ਪਰ ਕੀ ਸ਼ੁਰੂਆਤ ਹੈ ਇਸ ਵੇਲੇ ਫॉर ਜੁਵਨਾਈਲਸ? ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਵੀ ਜਦ ਜਿਹੜੇ ਆਪਣੇ ਯੰਗਸਟਰਸ ਨੂੰ ਕੋਰਟ ਕਚਹਿਰੀਆਂ ਸਜ਼ਾ ਦਿੰਦੀਆਂ, ਉਹਨਾਂ ਦਾ ਮਕਸਦ ਉਹਨਾਂ ਨੂੰ ਪਨਿਸ਼ ਕਰਨਾ ਨਹੀਂ ਹੈ ਜਿਵੇਂ ਕਿ ਹਾਰਡ ਕ੍ਰਿਮੀਨਲਸ ਨਾਲ ਡੀਲ ਕੀਤਾ ਜਾਂਦਾ। ਉਹਨਾਂ ਦਾ ਮੇਨ ਮਕਸਦ ਹੁੰਦਾ ਕਿ ਵੀ ਇਹਨਾਂ ਨੂੰ ਵਧੀਆ ਤਰੀਕੇ ਨਾਲ ਸਿੱਖਿਆ ਦਿੱਤੀ ਜਾਵੇ, ਇਹਨਾਂ ਨੂੰ ਇੰਨੇ ਸਟ੍ਰਿਕਟ ਰੋਸਟਰ ਦੇ ਉੱਪਰ ਪਾਇਆ ਜਾਵੇ ਤਾਂ ਕਿ ਇਹ ਵਧੀਆ ਇਨਸਾਨ ਬਣ ਸਕਣ। ਪਰ ਸਾਰਿਆਂ ਨਾਲੋਂ ਜਿਹੜੀ ਚਿੰਤਾ ਦਾ ਵਿਸ਼ਾ ਇਸ ਵੇਲੇ ਇਹ ਬਣਿਆ ਹੋਇਆ ਕਿ ਮੁੰਡੇ ਤਾਂ ਚਲੋ ਗਲਤ ਕੰਮ ਕਰਦੇ ਹੀ ਕਰਦੇ ਸੀਗੇ, ਹੁਣ ਕੁੜੀਆਂ ਬਹੁਤ ਗਲਤ ਕੰਮ 'ਚ ਇਨਵੋਲਵ ਹੋ ਗਈਆਂ। ਕੁੜੀਆਂ ਨੂੰ ਬਹੁਤ ਯੂਜ਼ ਕੀਤਾ ਜਾ ਰਿਹਾ, ਜਿਹੜੀਆਂ ਮੁੰਡਿਆਂ ਦੀਆਂ ਗਰਲਫ੍ਰੈਂਡਸ ਆ, ਗਰਲਫ੍ਰੈਂਡਸ ਨੂੰ ਯੂਜ਼ ਕੀਤਾ ਜਾਂਦਾ ਇਹ ਡਰੱਗ ਵੇਚਣ ਦੇ ਸਿਲਸਿਲੇ ਵਿੱਚ, ਕਿਉਂਕਿ ਮੁੰਡਿਆਂ ਨੂੰ ਪਤਾ ਹੈ ਕਿ ਵੀ ਪੁਲਿਸ ਵਾਲਿਆਂ ਨੂੰ ਉਹਨਾਂ ਬਾਰੇ ਪੂਰੀ ਨੌਲੇਜ ਆ, ਪਰ ਲੇਡੀਜ਼ ਦੇ ਉੱਪਰ ਬਹੁਤ ਘੱਟ ਨਜ਼ਰ ਰੱਖਦੇ ਆ। ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੀ ਜਿਹੜਾ ਕਾਨੂੰਨ ਦਾ ਮੇਨ ਮਕਸਦ ਹੁੰਦਾ ਉਹ ਬੱਚਿਆਂ ਨੂੰ ਸਜ਼ਾ ਦੇਣਾ ਨਹੀਂ, ਉਹਨਾਂ ਨੂੰ ਵਧੀਆ ਇਨਸਾਨ ਬਣਨ ਲਈ ਹੁੰਦਾ। ਪਰ ਫਿਰ ਜਦ ਕੋਰਟ ਕਚਹਿਰੀਆਂ 'ਚ ਇਹ ਗੱਲਬਾਤ ਜਾਂਦੀ ਹੈ ਤਾਂ ਜੱਜਾਂ ਨੇ ਇੱਕ ਸੰਤੁਲਨ ਰੱਖਣਾ ਹੁੰਦਾ ਕਿ ਵੀ ਸੋਸਾਇਟੀ ਨੂੰ ਵੀ ਪ੍ਰੋਟੈਕਟ ਕਰਨਾ ਤਾਂ ਕਿ ਜਿਹਦੇ ਉੱਪਰ ਅਪਰਾਧਿਕ ਦੋਸ਼ ਲੱਗੇ ਆ, ਸਾਬਤ ਹੋ ਚੁੱਕੇ ਆ, ਉਹਦਾ ਵੀ ਭਵਿੱਖ ਖਰਾਬ ਨਾ ਹੋਵੇ। ਸੋ ਇਹਦੇ ਵਿੱਚ ਐਗਰਾਵੇਟਿੰਗ ਤੇ ਮਿਟੀਗੇਟਿੰਗ ਫੈਕਟਰਸ ਦੀ ਜਿਹੜੀ ਹੁੰਦੀ ਹੈ ਉਹ ਬੈਲੈਂਸਿੰਗ ਐਕਟ ਜੱਜਸ ਨੂੰ ਕਰਨਾ ਪੈਂਦਾ ਜੀ। Great. ਐਂਡ ਆਈ ਥਿੰਕ ਇਟਸ ਅ ਵੈਰੀ ਗੁੱਡ ਪੁਆਇੰਟ ਕਿ ਤੁਸੀਂ ਮੈਂਸ਼ਨ ਕਰਦੇ ਆ ਕਿ ਇਹ ਜਿਹੜੇ ਸਾਡਾ ਜਿਹੜਾ ਕਾਨੂੰਨ ਹੈ ਐਕਚੁਅਲੀ ਬੱਚਿਆਂ ਦੇ ਪੱਖ ਵਿੱਚ ਹੁੰਦਾ ਟੂ ਗਿਵ them a second chance। ਕਈ ਵਾਰੀ ਇੱਦਾਂ ਵੀ ਹੁੰਦਾ ਵੀ ਜਿਹੜੇ ਵਿਟਨੈਸਿਸ ਹੁੰਦੇ ਆ ਜਾਂ ਜਿਹੜੇ ਬੱਚੇ ਇਹੋ ਜਿਹੇ ਕ੍ਰਾਈਮਸ ਦੇ ਵਿੱਚ ਇਨਵੋਲਵਡ ਹੈਗੇ ਆ, ਉਹ ਜ਼ਰੂਰ ਸਾਹਮਣੇ ਆਉਣਾ ਚਾਹੁੰਦੇ, ਪੁਲਿਸ ਤੇ ਉਹ ਦੱਸਣਾ ਚਾਹੁੰਦੇ ਆ, ਪਰ ਉਹਨਾਂ ਨੂੰ ਇੱਕ ਡਰ ਹੁੰਦਾ, ਆਪਣੀ ਜ਼ਿੰਦਗੀ ਦਾ ਡਰ ਹੁੰਦਾ, ਜਾਂ ਤੇ ਉਹ ਮਨੀ ਸਮਵੇਅਰ ਅਨਦਰ। ਸੋ ਕੋਈ ਪ੍ਰੋਟੈਕਸ਼ਨ ਵੀ ਆਫਰ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਜਾਂ ਕਾਨੂੰਨ ਵੱਲੋਂ ਜਿਹੜੇ ਬੱਚੇ ਇਹੋ ਜਿਹੇ ਸਿਚੁਏਸ਼ਨ 'ਚ ਹੈਗੇ ਜਿਹੜੇ ਡਰਦੇ ਅੱਗੇ ਆਉਣ ਤੋਂ? ਹਾਂਜੀ, ਡੈਫੀਨੇਟਲੀ। ਜੇ ਕੋਈ ਵੀ ਬੱਚਾ ਇਸ ਵੇਲੇ ਤੁਹਾਡਾ ਜਿਹੜਾ ਪ੍ਰੋਗਰਾਮ ਸੁਣ ਰਿਹਾ ਜਾਂ ਉਹਨਾਂ ਦੇ ਮਾਪੇ ਸੁਣ ਰਹੇ ਆ ਜਿਨ੍ਹਾਂ ਨੂੰ ਐਂ ਲੱਗਦਾ ਕਿ ਉਹਨਾਂ ਦੀ ਬੱਚੇ ਦੀ ਜ਼ਿੰਦਗੀ ਖਤਰੇ 'ਚ ਹੈ, ਤਾਂ ਡੈਫੀਨੇਟਲੀ ਇਹੋ ਜਿਹੇ ਪ੍ਰੋਗਰਾਮਸ ਹੈਗੇ ਜਿੱਥੇ ਉਹਨਾਂ ਨੂੰ ਅਨੋਨਿਮਸ ਤਰੀਕੇ ਨਾਲ ਉਹਨਾਂ ਦੀ ਪ੍ਰੋਟੈਕਸ਼ਨ ਕੀਤੀ ਜਾ ਸਕਦੀ ਹੈ। ਉਹਦੇ ਲਈ ਤੁਹਾਨੂੰ ਉਹਨਾਂ ਨਾਲ ਪਾਰਟਿਸਿਪੇਟ ਕਰਨਾ ਪੈਣਾ, ਤੁਹਾਨੂੰ ਉਹਨਾਂ ਨੂੰ ਇਨਫੋਰਮੇਸ਼ਨ ਸਾਰੀ ਪੂਰੀ ਦੇਣੀ ਪੈਣੀ ਹੈ, ਨਾ ਕਿ ਤੁਸੀਂ ਉਨੀ ਕੁ ਇਨਫੋਰਮੇਸ਼ਨ ਦਿਓ ਜਿੰਨੀ ਕਿ ਤੁਹਾਨੂੰ ਲੱਗਦਾ ਕਿ ਵੀ ਉਹਨਾਂ ਨੂੰ ਦੇਣੀ ਚਾਹੀਦੀ ਹੈ।
ਸੋ ਬਾय द एंड ऑफ द डे ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ, ਪਰ ਇਟਸ ਵੈਰੀ ਵੈਰੀ ਅਨਫੋਰਚੂਨੇਟ ਵੀ ਉਹ ਮਾਂ ਪਿਓ ਜਿਨ੍ਹਾਂ ਨੇ ਆਪਣੀਆਂ ਸਾਰੀਆਂ ਜਾਇਦਾਦਾਂ ਪੰਜਾਬ 'ਚ ਇੰਡੀਆ 'ਚ ਵੇਚ ਕੇ ਆਪਣੇ ਬੱਚਿਆਂ ਦਾ ਭਵਿੱਖ ਵਧੀਆ ਬਣਾਉਣ ਲਈ ਇੱਥੇ ਆਏ, ਪਰ ਉਹ ਭਵਿੱਖ ਤਾਂ ਉਹਨਾਂ ਦਾ ਵਧੀਆ ਬਣਾਉਂਦੇ ਬਣਾਉਂਦੇ ਉਹਨਾਂ ਦੇ ਬੱਚੇ ਉਹਨਾਂ ਦੇ ਹੱਥੋਂ ਨਿਕਲ ਗਏ। ਸੋ ਜੇ ਕਿਸੇ ਨੇ ਤੁਹਾਡੀ ਸਲਾਹ ਲੈਣੀ ਹੋਵੇ, ਇੱਕ ਤਰ੍ਹਾਂ ਵਕੀਲ ਨਾਲ ਗੱਲਬਾਤ ਕਰਨੀ, ਕਦੋਂ ਕਰਨੀ ਚਾਹੀਦੀ ਹੈ? ਜਦੋਂ ਉਹਨਾਂ ਦੇ ਬੱਚੇ ਦੇ ਉੱਤੇ ਚਾਰਜਸ ਲੱਗ ਗਏ ਜਾਂ ਉਹਨਾਂ ਨੂੰ ਲੱਗਦਾ ਵੀ ਇਸ ਰਾਹ ਜਾ ਸਕਦੇ ਆ, ਕਦੋਂ ਤੁਹਾਡੇ ਵਰਗਾ ਕੋਈ ਐਕਸਪੀਰੀਅੰਸ ਕ੍ਰਿਮੀਨਲ ਡਿਫੈਂਸ ਲਾਇਰ, when should somebody like you come into the picture? ਕਿਸੇ ਵੇਲੇ ਵੀ ਤੁਹਾਨੂੰ ਇਹ ਮਹਿਸੂਸ ਹੋਵੇ ਕਿ ਵੀ ਤੁਹਾਨੂੰ ਕਾਨੂੰਨੀ ਤੌਰ ਤੇ ਵਕੀਲ ਦੀ ਸਲਾਹ ਦੀ ਲੋੜ ਹੈ, ਤੁਸੀਂ ਜਦ ਮਰਜ਼ੀ ਸਾਨੂੰ ਕਾਲ ਕਰ ਸਕਦੇ ਹੋ। ਸਾਡੇ ਆਫਿਸਿਸ ਥਰੂ ਆਊਟ ਕੈਨੇਡਾ ਹੈਗੇ ਆ, ਤੁਸੀਂ ਪਿਕ ਅਪ ਦਾ ਫੋਨ, ਕਾਲ ਅਸ, ਵੀਲ ਬੀ ਮੋਰ ਦੈਨ ਹੈਪੀ ਵੀ ਤੁਹਾਡੀ ਕਿਸੇ ਵੀ ਸਵਾਲ ਦਾ ਅਸੀਂ ਜਵਾਬ ਦੇ ਸਕਦੇ ਹਾਂ, ਐਟਲੀਸਟ ਤੁਹਾਨੂੰ ਸਿੱਧੇ ਰਾਹ ਪਾ ਸਕਦੇ ਹਾਂ। ਮੈਂ ਜਾਂ ਕੋਈ ਵੀ ਤੁਸੀਂ ਵਕੀਲ ਨੂੰ ਫੋਨ ਕਰੋਗੇ, ਸਾਡਾ ਸਾਰਿਆਂ ਦਾ ਸੇਮ ਫਰਜ਼ ਹੈ ਕਿ ਵੀ ਆਪਣੀ ਕਮਿਊਨਿਟੀ ਤੇ ਉਹਨਾਂ ਦੀ ਸੇਫਟੀ ਤੇ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਦੀ ਸੇਫਟੀ ਬਾਰੇ ਖਿਆਲ ਰੱਖਣਾ ਜੀ। ਇੱਕ ਹੋਰ ਕੁਐਸਚਨ ਜਿਹੜਾ ਮੈਂ ਕਲੀਅਰ ਕਰਨਾ ਚਾਹੂੰਗੀ ਤੁਹਾਨੂੰ, ਕਿ ਜਿਹੜੇ ਵਕੀਲ ਆ ਕ੍ਰਿਮੀਨਲ ਡਿਫੈਂਸ ਲਾਇਰ ਤੁਹਾਡੇ ਵਰਗੇ, ਤੇ ਕੋਈ ਵੀ ਪੁਲਿਸ ਦੇ ਨਾਲ ਜਿਹੜਾ ਤੁਸੀਂ ਆਪਣਾ ਸੰਬੰਧ ਰੱਖਦੇ ਆ ਜਾਂ ਕੋਰਟ ਸਿਸਟਮਸ ਦੇ ਨਾਲ ਰੱਖਦੇ ਆ, ਹਾਊ ਡੂ ਯੂ ਆਲ ਵਰਕ ਟੁਗੇਦਰ? ਕਿ ਇਹ ਜਿਹੜਾ ਕੋਈ ਵੀ ਜਿਹੜਾ ਐਨੀਬਡੀ ਦੈਟ ਗੈਟਸ ਚਾਰਜਡ, ਕੀ ਤੁਸੀਂ ਜਿਹੜੇ ਤੁਹਾਡੇ ਰਿਲੇਸ਼ਨਸ ਉਹਨਾਂ ਨਾਲ ਬਿਲਡ ਕੀਤੇ ਹੁੰਦੇ ਉਹਨਾਂ ਨੂੰ ਫਾਇਦੇਮੰਦ ਹੋ ਸਕਦੇ ਆ? ਦੈਟਸ ਅ ਗੁੱਡ ਕੁਐਸਚਨ। ਇਹ ਇੱਕ ਐਡਾ ਵਧੀਆ ਸਿਸਟਮ ਆ ਆਪਣਾ ਲੀਗਲ ਸਿਸਟਮ, ਜੋ ਕਿ ਆਪਾਂ ਇੰਗਲੈਂਡ ਤੋਂ ਇਨਹੈਰਿਟ ਕੀਤਾ। ਜੱਜ ਸਾਹਿਬ ਬੈਠੇ ਹੁੰਦੇ ਆ, ਮੇਰਾ ਵਰਗਾ ਵਕੀਲ ਬੈਠਾ ਹੁੰਦਾ, ਸਰਕਾਰੀ ਵਕੀਲ ਬੈਠਾ ਹੁੰਦਾ, ਪ੍ਰੋਸੀਕਿਊਟਰ, ਸਾਰੇ ਆਪਣੇ ਆਪਣੀ ਜੌਬ ਕਰ ਰਹੇ ਆ, ਸਾਰਿਆਂ ਦਾ ਆਪਣਾ ਆਪਣਾ ਵੈਸਟਡ ਇੰਟਰਸਟ ਹੁੰਦਾ। ਸੋ ਬਾਏ ਦਾ ਐਂਡ ਆਫ ਦਾ ਡੇ ਇਹ ਆਪਣਾ ਜਿਹੜਾ ਐਡਵਰਸੀਰੀਅਲ ਸਿਸਟਮ ਹੈਗਾ, ਜਿਹਦੇ ਵਿੱਚ ਪ੍ਰੋਸੀਕਿਊਟਰ ਨੇ ਆਪਣਾ ਰੋਲ ਅਦਾ ਕਰਨਾ ਹੈ, ਡਿਫੈਂਸ ਕਾਉਂਸਲ ਨੇ ਆਪਣਾ ਰੋਲ ਅਦਾ ਕਰਨਾ ਹੈ, ਉਹ ਜਦ ਦੋਨੋਂ ਪਾਸਿਓਂ ਖਿੱਚ ਹੁੰਦਾ ਤਾਂ ਜਿਹੜਾ ਉਹਦਾ ਨਤੀਜਾ ਵਧੀਆ ਹੀ ਨਿਕਲਦਾ ਜੀ। Great. And ਜਿਹੜੇ anybody that does get charged with a crime, ਜਿਹੜੇ youth ਹੈ ਕਿਤੇ ਗ੍ਰਿਫਤਾਰ ਹੋ ਜਾਣ, ਆਪਣੇ ਪੈਰੈਂਟਸ ਨੂੰ ਫੋਨ ਕਰਦੇ ਆ, ਉਹਨਾਂ ਦੇ ਰਾਈਟਸ ਕੀ ਹੁੰਦੇ ਆ ਉਸ ਟਾਈਮ ਦੇ ਉੱਤੇ? ਬੱਚਿਆਂ ਨੂੰ ਬਹੁਤ ਹੀ ਸਪੈਸ਼ਲ ਟਰੀਟਮੈਂਟ ਮਿਲਦਾ। ਉਹਨਾਂ ਦੇ ਪੇਰੈਂਟਸ ਨੂੰ ਜਾਂ ਜਿਹੜੇ ਵੀ ਉਹਨਾਂ ਦੇ ਲੀਗਲ ਗਾਰਡੀਅਨਸ ਆ, ਉਹਨਾਂ ਨੂੰ ਰਾਈਟ ਵੇ ਇਤਲਾਹ ਦਿੱਤੀ ਜਾਂਦੀ ਹੈ, ਤੇ ਬੱਚਿਆਂ ਨੂੰ ਸਪੈਸ਼ਲ ਜੇਲ੍ਹ 'ਚ ਰੱਖਿਆ ਜਾਂਦਾ ਹੈ ਜਾਂ ਡਿਟੈਂਸ਼ਨ ਸੈਂਟਰ 'ਚ ਰੱਖਿਆ ਜਾਂਦਾ ਹੈ। ਹਾਲਾਂਕਿ ਉਹਨਾਂ ਨੂੰ ਜਿਹੜੇ ਐਡਲਟਸ ਨਾਲ ਨਹੀਂ ਰੱਖਿਆ ਜਾਂਦਾ, ਤੇ ਉਹਨਾਂ ਦੀ ਪੂਰੀ ਖਾਣ ਪੀਣ ਨੂੰ ਉਹਨਾਂ ਨੂੰ ਵਧੀਆ ਸਾਰਾ ਭੋਜਨ ਵਗੈਰਾ ਦਿੱਤਾ ਜਾਂਦਾ। ਸੋ ਬਾਏ ਦ ਐਂਡ ਆਫ ਦਾ ਡੇ ਜਿਹੜਾ ਆਪਣਾ ਯੂਥ ਜਸਟਿਸ ਐਕਟ ਹੈ, ਉਹਦਾ ਮੇਨ ਮਕਸਦ ਸ਼ੁਰੂ ਤੋਂ ਹੀ ਸੀਗਾ ਕਿ ਵੀ ਬੱਚਿਆਂ ਨੂੰ ਉਹਨਾਂ ਦਾ ਭਵਿੱਖ ਸੁਧਾਰਨਾ, ਨਾ ਕਿ ਉਹਨਾਂ ਨੂੰ ਸਜ਼ਾ ਦੇਣੀ ਸੀ। ਐਂਡ ਦੇ ਵਿੱਚ ਥੋੜ੍ਹੇ ਜਿਹੇ ਟਫ, ਟਰਾਇੰਗ, ਐਂਗਜ਼ਾਇਟੀ ਤੇ ਡਰ ਵਾਲਾ ਸਮਾਂ ਆਇਆ ਹੋਇਆ, ਖਾਸ ਕਰਕੇ ਲੋਅਰ ਮੇਨਲੈਂਡ ਦੇ ਵਿੱਚ ਗੈਂਗ ਵਾਇਲੈਂਸ ਵੱਧ ਰਿਹਾ। ਕੀ ਅੱਜ ਮੈਸੇਜ ਹੈ ਯੂਥ ਵਾਸਤੇ ਤੇ ਉਹਨਾਂ ਪੇਰੈਂਟਸ ਵਾਸਤੇ ਜਿਹਨੇ ਵੀ ਅੱਜ ਚੈਨਲ ਪੰਜਾਬੀ ਦੇ ਨਾਲ ਜੁੜੇ ਹੋਏ ਆ? ਮੈਂ ਤਾਂ ਜੀ ਇਹੀ ਕਹੂੰਗਾ ਕਿ ਵੀ ਆਪਣਾ ਸਾਰਿਆਂ ਨਾਲੋਂ ਵੱਡਾ ਐਸਟ, ਸਰਮਾਇਆ ਸਾਡੇ ਆਪਣੇ ਬੱਚੇ ਆ, ਸਾਡੀ ਆਪਣੀ ਔਲਾਦ। ਉਹਨਾਂ ਤੋਂ ਵੱਧ ਕੇ ਕੋਈ ਵੱਡੀ ਚੀਜ਼ ਨਹੀਂ ਹੈ। ਉਹਨਾਂ ਦੀ ਜ਼ਿੰਦਗੀ 'ਚ ਤੁਹਾਡਾ ਜਿਹੜਾ ਯੋਗਦਾਨ ਆ ਔਨ ਅ ਡੇਲੀ ਬੇਸਿਸ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਜਦ ਆਪਾਂ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ ਤਾਂ ਐਟਲੀਸਟ ਆਪਣੇ ਮਨ 'ਚ ਇਹ ਬਹੁਤ ਆਪਾਂ ਇੱਕ ਵਧੀਆ ਜਿਹੜਾ ਸੰਸਾਰ ਛੱਡ ਕੇ ਜਾਣਾ, ਆਪਣੇ ਬੱਚਿਆਂ ਦਾ ਵਧੀਆ ਭਵਿੱਖ ਕਰਕੇ ਜਾਣਾ, ਇਹ ਆਪਾਂ ਨੂੰ ਇਹੀ ਇੱਕ ਆਪਣੇ ਕੋਲ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਸਿਰ ਤੇ ਤੁਸੀਂ ਅਮਨ ਸ਼ਾਂਤੀ ਨਾਲ ਇਸ ਦੁਨੀਆ 'ਚੋਂ ਰੁਖਸਤ ਹੋ ਸਕਦੇ ਹੋ। Thank you so much. And ਜੇ ਕਿਸੇ ਨਾਲ ਤੁਹਾਨੂੰ ਸੰਪਰਕ ਕਰਨਾ ਹੋਵੇ, what is the best way to reach you? ਸਾਡੇ ਥਰੂ ਆਊਟ ਕੈਨੇਡਾ ਆਫਿਸਿਸ ਹੈਗੇ ਆ ਜੀ। ਸਾਡੀ ਵੈਬਸਾਈਟ ਹੈ bridgemohan.com, ਉਹਦੇ ਉੱਪਰ ਸਾਡੀ ਸਾਰੀ A to Z ਇਨਫੋਰਮੇਸ਼ਨ ਆ। ਉਹਦੇ ਉੱਪਰ ਸਾਡੇ ਸਾਰੇ ਕੇਸਿਸ ਆ ਜਿਹੜੇ ਅਸੀਂ ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀਆਂ 'ਚ ਲੜੇ ਆ। ਸੋ ਕਾਲ ਅਸ ਐਨੀ ਟਾਈਮ, ਚਾਹੇ ਤੁਸੀਂ ਟੋਰਾਂਟੋ ਬੈਠੇ ਹੋ, ਚਾਹੇ ਤੁਸੀਂ ਐਡਮਿੰਟਨ, ਕੈਲਗਰੀ ਹੋ, ਕਿਤੇ ਵੀ ਹੋ ਇਨ ਕੈਨੇਡਾ। ਅਗਰ ਮੈਂ ਤੁਹਾਡੇ ਕਿਸੇ ਵੀ ਕੰਮ ਆ ਸਕਾਂ, ਤੁਹਾਡੀ ਕੋਈ ਵੀ ਕਾਨੂੰਨੀ ਮਦਦ ਕਰ ਸਕਾਂ, ਕਾਲ ਅਸ।
Great. Thank you so much for your time and for the great advice, and we look forward to coming back for some more segments. ਐਨੀ ਟਾਈਮ ਜੀ। Thank you. ਥੈਂਕ ਯੂ। ਉਮੀਦ ਕਰਦੀ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ। ਇੱਕ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਸੀਗੀ ਕਿ ਅਸੀਂ ਸਾਡੇ ਯੂਥ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਗਾਈਡ ਕਰੀਏ ਕਿ ਜੇ ਸਾਨੂੰ ਉਸ ਕਚਹਿਰੀਆਂ 'ਚ ਜਾਣਾ ਪਵੇ ਅਸੀਂ ਕਿਵੇਂ ਆਪਣੇ ਆਪ ਨੂੰ ਬਚਾ ਕਰਨਾ, ਕਿਵੇਂ ਉਹ ਰੀਹੈਬ ਤੇ ਇੱਕ ਦੂਜਾ ਚਾਂਸ ਸਾਨੂੰ ਮਿਲੇ ਤਾਂ ਕਿ ਅਸੀਂ ਮੌਤ ਦੀ ਕਚਹਿਰੀ ਦੇ ਵਿੱਚ ਨਾ ਪਹੁੰਚੀਏ। ਕੱਲ੍ਹ ਨੂੰ ਤੁਹਾਡੇ ਵਾਸਤੇ ਇੱਕ ਨਵਾਂ ਸ਼ੋਅ ਅਸੀਂ ਲੈ ਕੇ ਹਾਜ਼ਰ ਹੋਵਾਂਗੇ। ਕੱਲ੍ਹ ਨੂੰ ਤਾਈ ਤੁਹਾਡੀ ਆਪਣੀ ਸੁੱਖੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।